ਇਹ ਉਹਨੇ ਪਹਿਲੀ ਵਾਰੀ ਨਹੀਂ ਕੱਢਿਆ, 10 ਵਾਰੀ ਉਹਨੇ ਆਲਰੇਡੀ ਇਹੋ ਜਿਹੇ ਲੈਟਰ ਜਿਹੜੇ ਰਿਲੀਜ਼ ਕੀਤੇ ਨੇ। ਇਹ ਮੇਰੇ ਖਿਆਲ 11ਵਾਂ ਹੋਣਾ ਮੈਂ। ਤੁਸੀਂ ਇਹ ਦੇਖਿਆ ਹੀ ਹੁਣੇ ਥੋੜ੍ਹੀ ਦੇਰ ਪਹਿਲਾਂ ਕਿ ਉਹ 2021 ਦਾ ਲੈਟਰ ਪਹਿਲਾਂ ਭੇਜ ਦਿੱਤਾ ਸੀਗਾ, ਫਿਰ ਉਹਨੇ ਉਹਦੀ ਐਡਿਟ ਕਰਕੇ ਉਹਨੂੰ 2022 ਕੀਤਾ। ਯਾਨੀ ਕਿ ਉਹਨੇ ਹਰ ਸਾਲ ਇੱਕ ਲੈਟਰ ਕੱਢਣਾ ਹੀ ਹੁੰਦਾ। ਫਿਲਹਾਲ ਜੇ ਉਹ ਕਿਸੇ ਦੇ ਕੰਮ ਨਹੀਂ ਆ ਸਕਦਾ ਨਾ, ਤੇ ਕਿਸੇ ਦਾ ਵਿਰੋਧ ਵੀ ਨਾ ਕਰੇ, ਕਿਸੇ ਦੀਆਂ ਵੀ ਲੱਤਾਂ ਨਾ ਖਿੱਚੇ, ਆਪਣਾ ਕੰਮ ਕਰੀਏ। ਜਾਂ ਤੇ ਤੂੰ ਬਹੁਤ ਜ਼ਿਆਦਾ ਤਰੱਕੀ ਕਰਦਾ ਪਿਆ, ਤਰੱਕੀ ਵੀ ਤੇਰੀ ਦੇਖ ਲਈ ਆਪਾਂ ਕਿੰਨੀ ਕਿ ਤੂੰ ਪਾਰਟੀ ਦਾ ਵਿਸਤਾਰ ਕੀਤਾ। ਪਾਰਟੀ 600 ਵੋਟ ਨਹੀਂ ਪੈਂਦੀ ਸਰ ਸਾਨੂੰ ਜਦੋਂ ਇਲੈਕਸ਼ਨ ਲੜਦੇ ਹਾਂ ਅਸੀਂ, ਤੇ ਕੋਈ ਇੰਨਾ ਕੁ ਵਧੀਆ ਵੀ ਕੰਮ ਨਹੀਂ ਹੋ ਰਿਹਾ। ਪਰ ਉਹ ਮਜਬੂਰੀ ਸੀ ਸਰਕਾਰਾਂ ਦੀ ਵੀ, ਕਿਉਂਕਿ ਉਸ ਵੇਲੇ ਜੋ ਟੈਰਰਿਜ਼ਮ 35,000 ਹਿੰਦੂ ਜਿਹੜੇ ਉਸ ਦੌਰਾਨ ਮਾਰੇ ਗਏ ਸੀਗੇ, ਤੇ ਹੋਰ ਨਾ ਮਰਨ, ਤੇ ਇਸ ਲਈ ਉਹਦਾ ਮਰਨਾ ਜ਼ਰੂਰੀ ਸੀਗਾ। ਤੇ ਮੇਰਾ ਕਹਿਣ ਦਾ ਸਿਰਫ ਇੰਨਾ ਕੁ ਮਤਲਬ ਸੀ ਕਿ ਉਸ ਚੀਜ਼ ਨੂੰ ਰੋਕਣ ਤੋਂ ਅੱਜ ਹੀ ਸਾਨੂੰ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ। ਉਹ ਨੌਬਤ ਨਹੀਂ ਆਉਣ ਦੇਣੀ ਚਾਹੀਦੀ। ਉਹ ਬਸ ਇੱਕ ਨਾਲ ਅਸੀਂ ਵਰਡ ਵਿੱਚ ਪੈ ਗਿਆ ਕਿ ਅਸੀਂ ਅਟੈਕ ਕਰਾਂਗੇ। ਉਹ ਸਮਝ ਨਹੀਂ ਆਉਂਦੀ ਕਿ ਅਸੀਂ ਕਿਤੇ ਅਟੈਕ ਕਰ ਸਕਦੇ ਹਾਂ। ਅਸੀਂ ਕੋਈ ਆਰਮੀ ਆ ਜਾਂ ਅਸੀਂ ਕੀ ਆ? ਅਸੀਂ ਕੁਝ ਨਹੀਂ ਆ। ਖੁਦ ਮੈਂ ਪਹਿਲਾਂ ਵੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਦੱਸਿਆ ਸੀਗਾ ਕਿ ਅਸੀਂ ਆਲਰੇਡੀ ਜਿਹੜਾ ਮੇਰਾ ਨਾਮ ਹੈ ਉਹ ਵੀ ਹਰਮਿੰਦਰ ਜਿਹੜਾ ਵਾ ਹਰਮੰਦਰ ਸਾਹਿਬ ਤੋਂ ਹੀ ਬਣਿਆ ਹੋਇਆ। ਉੱਥੋਂ ਹੀ ਮੇਰੇ ਉੱਥੋਂ ਨਾਮਕਰਨ ਹੋਇਆ ਸੀਗਾ ਮੇਰਾ, ਕਿ ਮੈਂ ਇਹਦੇ ਨਾਮ ਮੈਸੇਜ ਮੇਰੇ ਨਾਲ ਦਿਓ। ਤੁਸੀਂ ਵੀ ਬਿਆਨ ਤੁਸੀਂ ਵੀ ਦਿਓ ਕਿ ਆਪਾਂ ਹਿੰਦੂ ਸਿੱਖ ਭਾਈਚਾਰਾ ਜਿਹੜਾ ਕਦੀ ਖਰਾਬ ਨਹੀਂ ਹੋਏਗਾ, ਹਮੇਸ਼ਾ ਇਕੱਠੇ ਮਿਲ ਕੇ ਚੱਲਾਂਗੇ ਅਸੀਂ। ਜੇ ਇੱਕ ਵਾਰੀ ਤੁਸੀਂ ਇਹ ਸ਼ੁਰੂਆਤ ਕਰਕੇ ਦੇਖੋ, ਮੈਂ ਸ਼ੁਰੂਆਤ ਚਲੋ ਕਰ ਦਿੰਦਾ, ਤੁਸੀਂ ਕਰੋ ਇਸ ਚੀਜ਼ ਦੇ ਨਾਲ, ਉਹਦਾ ਜਵਾਬ ਤੇ ਦੇਵੋ। ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਅਸੀਂ ਗੁਰਦਾਸਪੁਰ ਦੇ ਵਿੱਚ ਹਾਂ, ਜਿੱਥੇ ਮੇਰੇ ਨਾਲ ਸ਼ਿਵ ਸੈਨਾ ਆਗੂ ਹਰਮਿੰਦਰ ਸਿੰਘ ਜਿਹੜੇ ਸੋਨੀ ਨੇ, ਉਹ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲ ਕਰਦੇ ਹਾਂ। ਸੋ ਬਾਈ ਜੀ, ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ। ਜਿਹੜੀ ਇੱਕ ਹੁਣੇ ਹਲੇ ਨਿਊਜ਼ ਰੀਸੈਂਟਲੀ ਇੱਕ ਲੈਟਰ ਇਸ਼ੂ ਹੋਈ ਹੈ ਜੀ, ਜਿਹਦੇ ਵਿੱਚ ਤੁਹਾਡੇ ਜਿਹੜੇ ਪਾਰਟੀ ਦੇ ਪ੍ਰਧਾਨ ਨੇ, ਆਪਣੇ ਆਪ ਨੂੰ ਕਹਿੰਦੇ ਨੇ ਯੋਗੇਸ਼ ਮੇਰੇ ਖਿਆਲ ਸ਼ਰਮਾ ਜੀ ਉਹਨਾਂ ਦਾ ਨਾਮ ਸ਼ਾਇਦ ਪੂਰਾ ਜੀ, ਅਤੇ ਉਹਨਾਂ ਨੇ ਇੱਕ ਹੋਈ ਆ ਤੁਹਾਨੂੰ, ਉਹ ਕਹਿੰਦੇ ਜੀ ਅਸੀਂ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਜੀ, ਬਈ ਅਸੀਂ ਉੱਪਰ ਗੱਲ ਕਰਕੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਜੀ। ਇਹ ਉਹਨੇ ਪਹਿਲੀ ਵਾਰੀ ਨਹੀਂ ਕੱਢਿਆ, 10 ਵਾਰੀ ਉਹਨੇ ਆਲਰੇਡੀ ਇਹੋ ਜਿਹੇ ਲੈਟਰ ਜਿਹੜੇ ਰਿਲੀਜ਼ ਕੀਤੇ ਨੇ। ਇਹ ਮੇਰੇ ਖਿਆਲ 11ਵਾਂ ਹੋਣਾ ਮੈਂ। ਤੁਸੀਂ ਇਹ ਦੇਖਿਆ ਹੀ ਹੁਣੇ ਥੋੜ੍ਹੀ ਦੇਰ ਪਹਿਲਾਂ ਕਿ ਉਹ 2021 ਦਾ ਲੈਟਰ ਪਹਿਲਾਂ ਭੇਜ ਦਿੱਤਾ ਸੀਗਾ, ਫਿਰ ਉਹਨੇ ਉਹਦੀ ਐਡਿਟ ਕਰਕੇ ਉਹਨੂੰ 2022 ਕੀਤਾ। ਯਾਨੀ ਕਿ ਉਹਨੇ ਹਰ ਸਾਲ ਇੱਕ ਲੈਟਰ ਕੱਢਣਾ ਹੀ ਹੁੰਦਾ। ਕਦੀ ਉਹ DGP ਸਾਹਿਬ ਨੂੰ ਕਰੇਗਾ, ਕਦੀ SSP ਸਾਹਿਬ ਨੂੰ ਕਰੇਗਾ, ਕਦੀ ਕਿਸੇ ਕਰੇਗਾ, ਕਿਤੇ ਕਰੇਗਾ। ਬਟ ਉਹ ਬੈਕ ਐਂਡ ਉੱਪਰੋਂ ਕੋਈ ਵੀ ਇਹੋ ਜਿਹਾ ਨਹੀਂ ਹੈ। ਮੇਰੀ ਹੁਣੇ ਥੋੜ੍ਹੀ ਦੇਰ ਪਹਿਲਾਂ ਮਾਤੋਸ਼ਰੀ ਗੱਲ ਹੋਈ ਹੈ, ਇਹੋ ਜਿਹਾ ਕੋਈ ਵੀ ਉੱਥੋਂ ਨਿਰਦੇਸ਼ ਨਹੀਂ ਦਿੱਤਾ ਗਿਆ। ਇਹ ਖਾਮਖਾ ਐਕਚੁਅਲੀ ਹੋਇਆ ਕੀ ਹੈ ਕਿ ਅਸੀਂ ਉਹਦੇ ਕੰਪੀਟੀਟਰ ਹਾਂ। ਇਹਨੂੰ ਹਮੇਸ਼ਾ ਲੱਗਦਾ ਕਿ ਪਹਿਲਾਂ ਸਿੰਗਲਾ ਜੀ ਜਿਸ ਤਰ੍ਹਾਂ ਉਹਨਾਂ ਦਾ ਇਸ਼ੂ ਉੱਥੇ ਬਣਿਆ ਸੀਗਾ, ਉਦੋਂ ਵੀ ਇੰਨੀ ਅਸਾਂ ਹੀ ਕੀਤਾ ਸੀਗਾ। ਚਲੋ ਉਹ ਤਾਂ ਛਿੰਦੇ ਗਰੁੱਪ 'ਚ ਚਲੇ ਗਏ। ਉਹ ਹੁਣ ਅਸੀਂ ਬਾਲਾ ਸਾਹਿਬ ਠਾਕਰੇ ਨਾਲ ਜੁੜੇ ਹਾਂ, ਉद्धਵ ਸਾਹਿਬ ਨਾਲ ਜੁੜੇ ਹਾਂ। ਅਸੀਂ ਕਦੀ ਇਹ ਸੋਚ ਵੀ ਨਹੀਂ ਸਕਦੇ ਕਿ ਆਪਣਾ ਸੰਗਠਨ ਜਿਹੜਾ ਛੱਡ ਵੀ ਦੇਵਾਂਗੇ। ਇਹਨੂੰ ਇਹੀ ਹੁੰਦਾ ਕਿ ਬਸ ਬਾਕੀ ਜਿਹੜੇ ਇਹਦੇ ਕੰਪੀਟੀਟਰ ਨੇ ਉਹ ਬਿਲਕੁਲ ਇਹ ਪਾਰਟੀ ਛੱਡ ਜਾਣ, ਅਤੇ ਉਹ ਆਲ ਇਨ ਆਲ ਆਪੇ ਹੀ ਸਭ ਕੁਝ ਕਰੇ। ਪਰ ਉਹ ਆਪ ਵੀ ਕੁਛ ਨਹੀਂ ਕਰਦਾ। ਪਾਰਟੀ ਦਾ ਸਤਿਆਨਾਸ਼ ਆਲਰੇਡੀ ਹੋ ਚੁੱਕਾ ਵੈ। ਆਲਰੇਡੀ ਜਿਹੜੀਆਂ ਪੰਜਾਬ ਦੇ ਵਿੱਚ ਜਿਹੜੀ 35 ਸ਼ਿਵ ਸੈਨਾ ਬਣੀਆਂ, ਉਹ ਇਹਦੀ ਕਾਰਜ ਪ੍ਰਣਾਲੀ ਕਰਕੇ ਹੀ ਬਣੀਆਂ। ਉਹ ਜਦੋਂ ਇਹ ਰਾਜ ਪ੍ਰਮੁੱਖ ਬਣਿਆ, ਉਸ ਤੋਂ ਪਹਿਲਾਂ ਇਹਦੇ ਨਾਲ ਕੋਈ ਵੀ ਮਤਲਬ ਕਿ ਸਾਡੀਆਂ ਵੱਧ ਤੋਂ 2 ਜਾਂ 3 ਸ਼ਿਵ ਸੈਨਾ ਹੁੰਦੀਆਂ ਸੀਗੀਆਂ। ਉਸ ਤੋਂ ਬਾਅਦ 35 ਸ਼ਿਵ ਸੈਨਾ ਬਣੀਆਂ, ਔਰ ਉਹੀ ਬਣੇ ਲੋਕਾਂ ਦੀਆਂ ਜਿਹੜੀਆਂ ਬਣਾਈਆਂ ਜਿਨ੍ਹਾਂ ਨੂੰ ਸਾਡੀ ਪਾਰਟੀ ਵਿੱਚੋਂ ਨਿਸ਼ਕਾਸਿਤ ਅਸਾਈਨ ਕੀਤਾ ਗਿਆ। ਪਰ ਮੈਂ ਸੱਚੇ ਮਨ ਨਾਲ ਕਹਿ ਰਿਹਾ ਕਿ ਸਾਡੇ ਬਾਲਾ ਸਾਹਿਬ ਠਾਕਰੇ ਸਾਡੇ ਨੇ, ਸਾਡੀ ਸ਼ਿਵ ਸੈਨਾ ਸਾਡੀ ਹੈ, ਉद्धਵ ਸਾਹਿਬ ਸਾਡੇ ਨੇ। ਉਹਨਾਂ ਦਾ ਕੋਈ ਆਦੇਸ਼ ਨਹੀਂ ਇਹੋ ਜਿਹਾ, ਇਹ ਆਪਣੇ ਕੋਲ ਹੀ ਮਾਰਦਾ ਰਹਿੰਦਾ ਹੈ। ਪਰ ਜੇ ਗੱਲ ਕੀਤੀ ਜਾਵੇ, ਜੇ ਤੁਹਾਡੀ ਗੱਲ ਨੂੰ ਲੈ ਕੇ ਚੱਲੀਏ ਵੀ ਜੇ ਇਸ ਤਰ੍ਹਾਂ ਦੀ ਪਿੱਛੇ ਪਹਿਲਾਂ ਵੀ ਕਰ ਚੁੱਕਿਆ ਲੈਟਰਾਂ ਇਸ਼ੂ, ਫਿਰ ਇਹ ਪਾਰਟੀ ਪੱਧਰ ਦੇ ਉੱਤੇ ਤੁਸੀਂ ਕੋਈ ਕਾਰਵਾਈ ਕਿਉਂ ਨਹੀਂ ਕਰਦੇ? ਕਿਉਂਕਿ ਇਸ ਤਰ੍ਹਾਂ ਦੇ ਜਿਹੜਾ ਵੀ ਕੋਈ ਆਦਮੀ ਹੋਵੇ ਪਾਰਟੀ ਦੇ ਵਿੱਚ, ਉਹ ਪਾਰਟੀ ਨੂੰ ਮਤਲਬ ਉਚਾਈਆਂ ਕੰਨੀ ਘੱਟ ਤੇ ਉਤਰਾਈਆਂ ਕੰਨੀ ਜ਼ਿਆਦਾ ਲੈ, ਕਿਉਂਕਿ ਉਹਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਬਦਨਾਮੀ ਹੁੰਦੀ ਆ। ਅਤੇ ਅੱਜ ਜਿਹੜੀ ਮੰਨ ਲਓ ਤੁਹਾਡੀ ਲੈਟਰ ਹੈ, ਇੱਕ ਤੁਹਾਡੇ ਸਾਹਮਣੇ ਰੀਸੈਂਟਲੀ ਇੱਕ ਘਟਨਾ ਹੋ ਕੇ ਹਟੀ ਹੈ ਜੀ ਅੰਮ੍ਰਿਤਸਰ ਦੇ ਵਿੱਚ, ਉਹਦੇ ਬਾਅਦ 'ਚੋਂ ਇਸ ਤਰ੍ਹਾਂ ਦੀ ਜਿਹੜੀ ਕੋਈ ਆਉਣੀ ਬਿਆਨਬਾਜ਼ੀ ਇੱਕ ਪਾਰਟੀ ਦੇ ਅੰਦਰੂਨੀ, ਅਤੇ ਕਿਤੇ ਨਾ ਕਿਤੇ ਉਹ ਫਿੱਕ ਪਾਉਂਦੀ ਹੈ, ਕਿਤੇ ਨਾ ਕਿਤੇ ਉਹ ਫੁੱਟ ਪਾਉਣ ਦਾ ਵੀ ਇੱਕ ਕੰਮ ਕਰਦੀ ਹੈ। ਇਹਦੇ ਬਾਰੇ ਤੁਸੀਂ ਕੀ ਕਹੋ? ਨਹੀਂ, ਅਸੀਂ ਇਹਨੂੰ ਕਦੀ ਬੋਦਰ ਨਹੀਂ ਕੀਤਾ। ਸੀਰੀਅਸਲੀ ਕਹੀਏ ਕਿ ਇਹਨੂੰ ਕਦੀ ਬੋਦਰ ਹੀ ਨਹੀਂ ਕੀਤਾ ਕਿ ਕੀ ਕਹਿੰਦਾ ਕੀ ਨਹੀਂ ਕਰਦਾ। ਇਹਦਾ ਕੰਮ ਹੈ ਬੋਲਣਾ, ਇਸ ਬੋਲਦਾ ਰਹਿੰਦਾ। ਆਪਾਂ ਹੀ ਆਪਣਾ ਕੰਮ, ਪਾਰਟੀ ਦਾ ਕੰਮ ਕਰ ਰਹੇ ਹਾਂ, ਔਰ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਹਾਂ। ਸਾਡਾ ਜਿਹੜਾ ਗਰੁੱਪ ਚੱਲ ਰਿਹਾ ਬਹੁਤ ਅੱਛਾ ਚੱਲ ਰਿਹਾ, ਔਰ ਇੱਕ ਦੂਜੇ ਦੇ ਤਾਲਮੇਲ, ਹਰ ਸੰਗਠਨ ਦੇ ਨਾਲ ਤਾਲਮੇਲ ਹੈ, ਬੜਾ ਵਧੀਆ ਤਰੀਕੇ ਨਾਲ ਅਸੀਂ ਚਲਾ ਰਹੇ ਹਾਂ। ਅਤੇ ਇਹਦੇ ਨਾਲ ਇੰਨਾ ਜ਼ਿਆਦਾ ਕਾਊਂਟ ਨਹੀਂ ਹੁੰਦਾ, ਕਿਉਂਕਿ 10 ਵਾਰੀ ਆਲਰੇਡੀ ਜਿਹੜੇ ਕਦੀ SSP ਸਾਹਿਬ ਨੂੰ ਇੱਥੇ ਮੈਨੂੰ ਇੱਕ ਦਿਨ ਉਹ ਪੁੱਛਦੇ ਪਏ ਸੀ, ਮੈਂ ਕਿਹਾ ਸਰ ਤੁਸੀਂ ਦੇਖ ਲਓ ਇਸ ਚੀਜ਼ ਨੂੰ। ਉਹਨਾਂ ਨੇ ਜਦੋਂ ਫਿਰ ਆਪੇ ਵੈਰੀਫਾਈ ਕੀਤਾ ਅਤੇ ਉਹ ਗਲਤ ਨਿਕਲਿਆ। ਆਲਰੇਡੀ ਜਿਹੜੇ ਸਾਨੂੰ ਜੁਆਇਨਿੰਗ ਜਿਹੜੀ ਰਾਜ ਕਾਰਿਆਕਰਨੀ ਬਣਾਈ ਗਈ ਹੈ ਨਾ, ਉਹ ਬਣਾਈ ਗਈ ਹੈ ਉद्धਵ ਸਾਹਿਬ ਨੇ। ਉद्धਵ ਸਾਹਿਬ ਦੇ ਆਦੇਸ਼ ਨਾਲ ਅਨਿਲ ਦੇਸਾਈ ਜੀ ਨੇ ਸਾਨੂੰ ਉਹ ਨਿਯੁਕਤ ਕੀਤਾ ਸੀ ਉਸ ਵੇਲੇ। ਅਤੇ ਜੇ ਉਹਨਾਂ ਨੇ ਨਿਸ਼ਕਾਸਿਤ ਕਰਨਾ ਤਾਂ ਖੁਦ ਉਹ ਆਪ ਹੀ ਕਰਨਗੇ, ਇਹਦੇ ਕੋਲ ਕੋਈ ਅਧਿਕਾਰ ਨਹੀਂ ਹੈ।
ਮਤਲਬ ਨੈਸ਼ਨਲ ਪੱਧਰ ਦੇ ਉੱਪਰ ਇੱਕ ਅਨਾਉਂਸਮੈਂਟ ਕੀਤੀ ਜਾਏਗੀ, ਬਕਾਇਦਾ ਲੈਟਰ ਇਸ਼ੂ ਹੋਏਗੀ, ਫਿਰ ਜਾ ਕੇ ਹੋਏਗਾ। ਵੀ ਮਤਲਬ ਇਹ ਨਹੀਂ ਵੀ ਇਹ ਕੋਈ ਵੀ ਚੱਕ ਕੇ ਲੈਟਰ ਇਸ਼ੂ ਕਰਦੇ ਵੀ ਉਹਦੀ ਨਾਲ ਕਿਸੇ ਨੂੰ ਵੀ ਆਪਾਂ ਕੱਢ ਦਈਏ ਪਾਰਟੀ ਚੋਂ। ਇਹ ਸਾਡੇ ਨਾ ਸਾਹਮਣੇ ਸਾਡਾ ਨਿਊਜ਼ਪੇਪਰ ਚੱਲਦਾ ਉੱਥੇ ਬੰਬੇ ਦੇ ਵਿੱਚ, ਜਿਹੜੇ ਸਾਡੇ ਸ਼ਿਵ ਸੈਨਾਧਾਰੀ ਉਹਨਾਂ ਦੁਆਰਾ ਹੀ ਚਲਾਇਆ ਜਾਂਦਾ ਹੈ। ਉਹਦੇ ਵਿੱਚ ਜਦੋਂ ਵੀ ਕਿਸੇ ਨੂੰ ਨਿਸ਼ਕਾਸਿਤ ਕਰਦੇ ਨੇ ਉਹਦੇ ਵਿੱਚ ਨਿਊਜ਼ ਲੱਗਦੀ ਹੈ ਬਕਾਇਦਾ, ਫਿਰ ਉਸ ਤੋਂ ਬਾਅਦ ਅੱਗੇ ਚੱਲਦਾ। ਪਰ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਇਹਨੂੰ ਫਿਲਹਾਲ ਜੇ ਉਹ ਕਿਸੇ ਦੇ ਕੰਮ ਨਹੀਂ ਆ ਸਕਦਾ ਨਾ, ਤੇ ਕਿਸੇ ਦਾ ਵਿਰੋਧ ਵੀ ਨਾ ਕਰੇ, ਕਿਸੇ ਦੀਆਂ ਵੀ ਲੱਤਾਂ ਨਾ ਖਿੱਚੇ, ਆਪਣਾ ਕੰਮ ਕਰੀਏ। ਜਾਂ ਤੇ ਤੂੰ ਬਹੁਤ ਜ਼ਿਆਦਾ ਤਰੱਕੀ ਕਰਦਾ ਪਿਆ, ਤਰੱਕੀ ਵੀ ਤੇਰੀ ਦੇਖ ਲਈ ਆਪਾਂ ਕਿੰਨੀ ਕਿ ਤੂੰ ਪਾਰਟੀ ਦਾ ਵਿਸਤਾਰ ਕੀਤਾ, ਪਾਰਟੀ 600 ਵੋਟ ਨਹੀਂ ਪੈਂਦੀ ਸਰ ਸਾਨੂੰ ਜਦੋਂ ਇਲੈਕਸ਼ਨ ਲੜਦੇ ਹਾਂ ਅਸੀਂ, ਤੇ ਕੋਈ ਇੰਨਾ ਕੁ ਵਧੀਆ ਵੀ ਕੰਮ ਨਹੀਂ ਹੋ ਰਿਹਾ। ਪਰ ਫਿਰ ਵੀ ਅਸੀਂ ਕਹਿੰਦੇ ਹਾਂ ਕਿ ਚਲੋ ਸਾਡਾ ਰਾਜ ਪ੍ਰਮੁੱਖ ਹੈ, ਅਸੀਂ ਫਿਰ ਵੀ ਇਹ ਪ੍ਰੋਟੋਕੋਲ ਦੇ ਅਕੋਰਡਿੰਗ ਉਹਦਾ ਸਨਮਾਨ ਕਰਦੇ ਹਾਂ। ਪਰ ਉਹਨੂੰ ਵੀ ਥੋੜ੍ਹੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਜੇ ਕਾਰਜਕਰਤਾ ਨਹੀਂ ਹੋਣਗੇ ਤਾਂ ਰਾਜ ਪ੍ਰਮੁੱਖ ਦੀ ਵੀ ਕੋਈ ਵੈਲਿਊ ਨਹੀਂ ਹੁੰਦੀ। ਇੱਕ ਦੂਜਾ ਜਿਹੜਾ ਵਿਵਾਦ ਰੀਸੈਂਟਲੀ ਚੱਲ ਰਿਹਾ, ਜਿਹੜਾ ਆਪਣੇ ਉਹ ਚਾਹੇ ਜਿੱਦਣ ਸੂਰੀ ਸਾਹਿਬ ਨਾਲ ਇਹ ਗੱਲ ਹੁੰਦੀ ਆ, ਸੂਰੀ ਜੀ ਨਾਲ ਜਿੱਦਣ ਉਹਨਾਂ 'ਤੇ ਅਟੈਕ ਹੁੰਦਾ, ਉਹਨਾਂ ਦੀ ਡੈਥ ਹੁੰਦੀ ਆ, ਉਹਦੇ ਬਾਅਦ 'ਚੋਂ ਇੱਕ ਇੱਥੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੀ ਸ਼ਿਵ ਸੈਨਾ ਦੇ ਜਿੰਨੇ ਵੀ ਵਰਕਰ ਸੀ ਉਹਨਾਂ ਕੰਨਿਓ ਇਹ ਪ੍ਰੋਟੈਸਟ ਕੀਤਾ ਗਿਆ ਵੀ ਸਾਡੇ ਜਿਹੜੇ ਬੰਦੇ ਨਾਲ ਗਲਤ ਹੋਈ ਉਹਦੀ ਵਜ੍ਹਾ ਨਾਲ ਜਿਹੜੇ ਵੀ ਬਾਜ਼ਾਰ ਬੰਦ ਰੱਖੋ, ਕਿਉਂਕਿ ਉਹਨਾਂ ਦਾ ਜਿੱਦਣ ਸੰਸਕਾਰ ਕਰਨਾ ਸੀ ਉਦਣ ਦੀ ਇਹ ਘਟਨਾ ਜੀ। ਉਹਦੇ ਬਾਅਦ 'ਚੋਂ ਤੁਹਾਡੇ ਕੋਲੋਂ ਇੱਕ ਮੂੰਹ ਦੇ ਵਿੱਚੋਂ ਗੱਲ ਨਿਕਲਦੀ ਆ, ਠੀਕ ਆ ਜੀ। ਉਹਦੇ ਬਾਅਦ 'ਚੋਂ ਇੱਕ ਵਿਵਾਦ ਖੜਾ ਹੁੰਦਾ ਕਿਸੇ ਇੱਕ ਧਰਮ ਨੂੰ, ਜਿਹਦੇ ਵਿੱਚ ਟਾਰਗੇਟ ਜਿਹਨੂੰ ਆਪਾਂ ਕਹਿ ਦਈਏ ਵੀ ਕੀਤਾ ਗਿਆ। ਉਹਦੇ ਬਾਅਦ 'ਚੋਂ ਤੁਸੀਂ ਆਪਣੇ ਕੰਨਿਓ ਮਾਫੀ ਵੀ ਮੰਗ ਚੁੱਕੇ ਹੋ, ਪਰ ਇਸ ਦੇ ਰਿਲੇਟਡ ਜਿਹੜੇ ਕੁਝ ਜਥੇਬੰਦੀਆਂ ਨੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਹੋਇਆ, ਔਰ ਉਹ ਹਲੇ ਵੀ ਉੱਥੇ ਬਣੇ ਹੋਏ ਨੇ ਰਾਤ ਨੂੰ ਵੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹਨਾਂ ਨੂੰ ਇੰਨਾ ਕਹਾਂਗਾ ਕਿ ਠੀਕ ਹੈ ਕਿ ਟੰਗ ਟਵਿਸਟ ਹੋ ਗਿਆ ਉਸ ਵੇਲੇ, ਕੋਈ ਇਹੋ ਜਿਹਾ ਇੱਕ ਵਰਡ ਜਿਹੜਾ ਸਾਨੂੰ ਇੱਕ ਵਰਡ ਲਾਈਨ ਦੇ ਵਿੱਚ ਐਡ ਹੋ ਗਿਆ, ਜਦ ਕਿ ਮੈਂ ਕਹਿਣਾ ਚਾਹ ਰਿਹਾ ਸੀਗਾ ਕਿ ਪਹਿਲਾਂ ਵੀ ਇਸ ਤਰ੍ਹਾਂ ਹੀ ਜਦੋਂ ਪਿੰਡਾਂ ਵਾਲਾ ਉੱਥੇ ਜਾ ਕੇ ਹਰਿਮੰਦਰ ਸਾਹਿਬ ਦੀ ਆੜ ਦੇ ਵਿੱਚ ਉਹਨੇ ਟੈਰਰਿਜ਼ਮ ਫੈਲਾਇਆ ਸੀਗਾ, ਤਾਂ ਉਦੋਂ ਫਿਰ ਸਰਕਾਰਾਂ ਨੂੰ ਇੱਕ ਬੜਾ ਕਠਿਨ ਨਿਰਣੇ ਲੈਣਾ ਪਿਆ ਸੀਗਾ, ਅਤੇ ਜਦੋਂ ਉਹਨਾਂ ਨੇ ਹਰਿਮੰਦਰ ਸਾਹਿਬ 'ਤੇ ਉਹਨਾਂ ਨੂੰ ਅਟੈਕ ਕਰਨਾ ਪਿਆ ਸੀਗਾ, ਜਿਸ ਦੀ ਅੱਜ ਵੀ ਹਰ ਜਗ੍ਹਾ 'ਤੇ ਉੱਪਰ ਨਿੰਦਾ ਹੁੰਦੀ ਹੈ। ਹਰ ਸਮਾਜ ਜਿਹੜਾ ਵਾ ਉਸ ਚੀਜ਼ ਨੂੰ ਗਲਤ ਕਹਿੰਦਾ ਕਿ ਉਹ ਗਲਤ ਹੋਇਆ ਸੀ ਉਸ ਵੇਲੇ, ਪਰ ਉਹ ਮਜਬੂਰੀ ਸੀ ਸਰਕਾਰਾਂ ਦੀ ਵੀ, ਕਿਉਂਕਿ ਉਸ ਵੇਲੇ ਜੋ ਟੈਰਰਿਜ਼ਮ 35,000 ਹਿੰਦੂ ਜਿਹੜੇ ਉਸ ਦੌਰਾਨ ਮਾਰੇ ਗਏ ਸੀਗੇ, ਅਤੇ ਹੋਰ ਨਾ ਮਰਨ, ਅਤੇ ਇਸ ਲਈ ਉਹਦਾ ਮਰਨਾ ਜ਼ਰੂਰੀ ਸੀਗਾ। ਫਿਰ ਜਿਹੜਾ ਸਰਕਾਰਾਂ ਨੂੰ ਇੱਕ ਕਠਿਨ ਨਿਰਣੇ ਲੈਣਾ ਪਿਆ ਸੀਗਾ। ਅਤੇ ਮੇਰਾ ਕਹਿਣ ਦਾ ਸਿਰਫ ਇੰਨਾ ਕੁ ਮਤਲਬ ਸੀਗਾ ਕਿ ਅੱਜ ਫਿਰ ਉਸੇ ਲੀਗ ਦੇ ਉੱਪਰ ਹੀ ਦੁਬਾਰਾ ਉਸ ਤਰ੍ਹਾਂ ਹੀ ਕੀ ਕਹਿੰਦੇ ਆ ਟੈਰਰਿਜ਼ਮ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਔਰ ਇਹ ਨਾ ਹੋਵੇ ਕਿ ਫਿਰ ਕਦੀ ਸਰਕਾਰਾਂ ਨੂੰ ਇਹੋ ਜਿਹਾ ਫਿਰ ਦੁਬਾਰਾ ਅਟੈਕ ਕਰਨ ਦੀ ਲੋੜ ਪੈ ਜਾਏ, ਜਿਹਦੇ ਨਾਲ ਸਾਰੀ ਜ਼ਿੰਦਗੀ ਜਿਹੜਾ ਵਾ ਉਹ ਦਾਗ ਲੱਗ ਕੇ ਪੰਜਾਬ ਦੇ ਨਾਮ 'ਤੇ ਲੱਗ ਜਾਏ। ਅਤੇ ਮੇਰਾ ਕਹਿਣ ਦਾ ਸਿਰਫ ਇੰਨਾ ਕੁ ਮਤਲਬ ਸੀ ਕਿ ਉਸ ਚੀਜ਼ ਨੂੰ ਰੋਕਣ ਤੋਂ ਅੱਜ ਹੀ ਸਾਨੂੰ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ। ਉਹ ਨੌਬਤ ਨਹੀਂ ਆਉਣ ਦੇਣੀ ਚਾਹੀਦੀ। ਉਹ ਬਸ ਇੱਕ ਨਾਲ ਅਸੀਂ ਵਰਡ ਵਿੱਚ ਪੈ ਗਿਆ ਕਿ ਅਸੀਂ ਅਟੈਕ ਕਰਾਂਗੇ, ਉਹ ਸਮਝ ਨਹੀਂ ਆਉਂਦੀ ਕਿ ਅਸੀਂ ਕਿਤੇ ਅਟੈਕ ਕਰ ਸਕਦੇ ਹਾਂ। ਅਸੀਂ ਕੋਈ ਆਰਮੀ ਆ ਜਾਂ ਅਸੀਂ ਕੀ ਆ? ਅਸੀਂ ਕੁਛ ਨਹੀਂ ਆ। ਅਸੀਂ ਇੱਕ ਸਮਾਜਿਕ ਯੋਗਦਾਨ ਦੇ ਵਿੱਚ ਆਪਾਂ ਯੋਗਦਾਨ ਦੇ ਸਕਦੇ ਹਾਂ। ਅਸੀਂ ਸਮਾਜਿਕ ਜੋ ਕੀ ਕਹਿੰਦੇ ਆ ਭਾਈਚਾਰਾ ਹੈਗਾ ਵਾ, ਬਟ ਐਟਲੀਸਟ ਐਵੇਂ ਕਿ ਇਹੋ ਜਿਹੇ ਕੋਈ ਅਟੈਕ ਹੋਣ ਦੀ ਗੱਲ ਤਾਂ ਕਦੇ ਸੋਚ ਵੀ ਨਹੀਂ ਕੋਈ ਸਕਦਾ। ਖੁਦ ਮੈਂ ਪਹਿਲਾਂ ਵੀ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਦੇ ਨਾਲ ਹੀ ਦੱਸਿਆ ਸੀਗਾ ਕਿ ਅਸੀਂ ਆਲਰੇਡੀ ਜਿਹੜਾ ਮੇਰਾ ਨਾਮ ਹੈ ਉਹ ਵੀ ਹਰਮਿੰਦਰ ਜਿਹੜਾ ਵਾ ਹਰਿਮੰਦਰ ਸਾਹਿਬ ਤੋਂ ਹੀ ਬਣਿਆ ਹੋਇਆ, ਉੱਥੋਂ ਹੀ ਮੇਰੇ ਉੱਥੋਂ ਨਾਮਕਰਨ ਹੋਇਆ ਸੀਗਾ ਮੇਰਾ। ਤਾਂ ਅਸੀਂ ਤਾਂ ਸ਼ੁਰੂ ਤੋਂ ਆਸਥਾ ਜਿਹੜੀ ਆ ਸਾਡੀ ਉੱਥੇ ਹੈਗੀ ਆ। ਸਾਡੇ ਤੁਸੀਂ ਮੇਰਾ ਅੰਦਰ ਜਾ ਕੇ ਮੰਦਿਰ ਦੇਖ ਸਕਦੇ ਹੋ, ਸਭ ਤੋਂ ਪਹਿਲਾਂ ਫਰੰਟ ਦੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਹੈ, ਕਿਉਂਕਿ ਮੇਰੇ ਮਦਰ ਜਿਹੜੇ ਆ ਹਮੇਸ਼ਾ ਤੋਂ ਉਹਨਾਂ ਨੂੰ ਰੱਖੜੀ ਬੰਦੇ ਆਏ ਨੇ ਫੋਟੋ ਦੇ ਉੱਪਰ ਹੀ, ਕਿਉਂਕਿ ਮੇਰੇ ਮਾਮਾ ਜੀ ਜਿੰਨੇ ਸੀਗੇ ਉਹ ਸਭ ਬਾਹਰ ਰਹਿੰਦੇ ਨੇ। ਸੋ ਸਾਡੇ ਘਰ ਦੀ ਜਿਹੜੀ ਉਹ ਹੈਗੀ ਆ ਕੀ ਕਹਿੰਦੇ ਆ ਵਿਚਾਰਧਾਰਾ, ਉਹ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਉਂਦੀ ਹੈ। ਅਤੇ ਇਸ ਲਈ ਇਹੋ ਜਿਹੀ ਕੋਈ ਗੱਲ ਨਹੀਂ ਕਿ ਦੋ ਸ਼ਬਦ ਜੇ ਬੋਲਿਆ ਗਿਆ ਉਹਨੂੰ ਇੰਨਾ ਕੁ ਵੱਡਾ ਨਾ ਬਣਾ ਲਓ ਕਿ ਉਹਨੂੰ ਤੁਸੀਂ ਜਾਣਬੁੱਝ ਕੇ ਉਹਨੂੰ ਕੈਚ ਕਰਕੇ ਹਿੰਦੂ ਸਿੱਖ ਦੇ ਵਿੱਚ ਪਾੜ ਪਾ ਲਓ, ਜਾਂ ਆਪਣਾ ਤੁਸੀਂ ਐਵੇਂ ਵਧਾਉਣ ਵਾਸਤੇ ਆਪਣੇ ਆਪ ਨੂੰ ਉਚਾਈ ਕਰਨ ਵਾਸਤੇ ਤੁਸੀਂ ਉਸ ਦਾ ਨਜਾਇਜ਼ ਫਾਇਦਾ ਚੁੱਕੋ। ਨਾ ਐਸਾ ਕਰੋ। ਮੈਂ ਤਾਂ ਅਪੀਲ ਇਹੀ ਕਰਾਂਗਾ ਕਿ ਹਿੰਦੂ ਸਿੱਖ ਦੇ ਭਾਈਚਾਰੇ ਨੂੰ ਵਧਾਓ, ਨਾ ਕਿ ਉਹ ਇਹੋ ਜਿਹੀਆਂ ਹਰਕਤਾਂ ਕਰਕੇ ਉਹਨੂੰ ਘਟਾਓ। ਪਰ ਜੇ ਸੋਨੀ ਜੇ ਗੱਲ ਕੀਤੀ ਜਾਵੇ, ਜਿਵੇਂ ਆਪਾਂ ਤੁਸੀਂ ਗੱਲ ਕੀਤੀ ਆ ਵੀ ਭਾਈਚਾਰਾ ਇੱਕ ਆ, ਭਾਈਚਾਰਾ ਵਾਕਈ ਇੱਕ ਆ, ਕੋਈ ਇਹਦੇ 'ਚ ਦੋ ਰਾਏ ਨਹੀਂ ਹੈਗੀ। ਪੰਜਾਬ ਆ ਇੱਕ ਆ, ਸਭ ਦਾ ਵਾ, ਚਾਹੇ ਉਹ ਹਿੰਦੂ ਸਿੱਖ ਮੁਸਲਮਾਨ ਈਸਾਈ ਕੋਈ ਵੀ ਆ ਜੀ, ਆਪਾਂ ਸਾਰੇ ਇੱਕ ਆ, ਕਿਉਂਕਿ ਅਸੀਂ ਇੱਥੇ ਹੀ ਰਹਿਣਾ, ਇੱਥੇ ਹੀ ਜੰਮੇ, ਇੱਥੇ ਹੀ ਮਰਨਾ ਜੀ। ਪਰ ਮਸਲਾ ਹੈ ਵੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਸ਼ਬਦ ਆ, ਕੀ ਸੋਚ ਕੇ ਤੁਸੀਂ ਮਤਲਬ ਇਹ ਗੱਲ ਕਹੀ? ਤੁਹਾਨੂੰ ਕੀ ਲੱਗਦਾ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਕੌਣ ਰਿਹਾ? ਕਿਉਂਕਿ ਜਿਹੜੀਆਂ ਅੱਜ ਕੱਲ੍ਹ ਘਟਨਾਵਾਂ ਹੋ ਰਹੀਆਂ ਨੇ, ਚਾਹੇ ਕਿਸੇ ਵੀ ਘਟਨਾ ਨੂੰ ਲੈ ਲਈ ਆਪਾਂ, ਚਾਹੇ ਆ ਪਿੱਛੇ ਜਿਵੇਂ ਡੇਰਾ ਪ੍ਰੇਮੀ ਦੀ ਹੋਈ ਆ, ਜਾਂ ਸੂਰੀ ਜੀ ਨਾਲ ਹੋਇਆ, ਜਾਂ ਹੋਰ ਕਈਆਂ ਨਾਲ ਹੋ ਰਿਹਾ, ਮਤਲਬ ਉਹ ਤੁਸੀਂ ਕੀ ਦੇਖਦੇ ਹੋ ਵੀ ਕਿਹਦੀ ਇਹ ਸ਼ਹਿ ਕਿਹਦੀ ਆ? ਕਿ ਵੈਸੇ ਹੀ ਇੱਕ ਆਪਸ ਵਿੱਚ, ਕਿਉਂਕਿ ਜਿੱਥੇ ਜੇ ਆਪਾਂ ਉਹਨਾਂ ਦੀ ਘਟਨਾ ਅੰਮ੍ਰਿਤਸਰ ਵਾਲੀ ਘਟਨਾ ਨੂੰ ਦੇਖਿਆ ਜਾਵੇ ਤਾਂ ਹਾਲੇ ਤੱਕ ਚਲੋ ਨਿਚੋੜ ਕੋਈ ਨਹੀਂ ਨਿਕਲਿਆ, ਇਨਵੈਸਟੀਗੇਸ਼ਨ ਦੇ ਅੰਡਰ ਇਨਵੈਸਟੀਗੇਸ਼ਨ ਆ, ਪਰ ਆਪਾਂ ਕੁਝ ਕਹਿੰਦੇ ਚੰਗੇ ਨਹੀਂ ਲੱਗਦੇ। ਪਰ ਜਿੱਥੇ ਤੱਕ ਉਹ ਗੱਲ ਕਹਿੰਦੇ ਉਹਨਾਂ ਦੀ ਦੁਕਾਨ ਵੀ ਭੰਨਤੀ, ਬਾਅਦ 'ਚ ਉਹ ਵੀ ਹੋ ਗਿਆ, ਤੁਹਾਨੂੰ ਕੀ ਲੱਗਦਾ? ਤੁਸੀਂ ਕਿਉਂ ਸੋਚਦੇ ਹੋ ਇੱਦਾਂ ਦੀ ਗੱਲ?
ਜੇ ਤੁਸੀਂ ਕਹਿੰਦੇ ਹੋ ਕਿ ਮੈਂ ਉਹ ਸੋਚ ਕੇ ਉਹ ਸ਼ਬਦ ਬੋਲੇ ਸੀ ਤੇ ਫਿਰ ਤੇ ਜੋ ਸੋਚਿਆ ਹੁੰਦਾ ਤੇ ਮੈਂ ਇਹੋ ਜਿਹੇ ਸ਼ਬਦ ਕਦੀ ਬੋਲਦਾ ਹੀ ਨਾ। ਉਹ ਤੇ ਚੱਲ ਰਹੇ ਸੀ ਉਸ ਵੇਲੇ, ਚਲਦੇ ਚਲਦੇ ਜਦੋਂ Flow ਦੇ ਵਿੱਚ। ਗੱਡੀ 'ਚ ਬੋਲਣ ਲੱਗਾ, ਬੈਠਣ ਲੱਗਾ ਉੱਥੇ, ਤੇ ਉਹ ਵਿੱਚ ਉਹਨਾਂ ਨੇ ਆ ਕੇ ਕਹਿ ਦਿੱਤਾ ਜੀ ਆਪਣੇ ਕਿਉਂ ਵਿਚਾਰ ਦਿਓ। ਉਹ ਮੈਨੂੰ ਸਮਝ ਨਹੀਂ ਲੱਗੀ ਉਸ ਟਾਈਮ, ਕਿਉਂਕਿ ਮੈਂਟਲੀ ਮੈਂ ਪ੍ਰਿਪੇਅਰ ਨਹੀਂ ਸੀ ਉਸ ਚੀਜ਼ ਨੂੰ ਲੈ ਕੇ। ਤੇ ਉਹ ਸ਼ਬਦ ਇੱਕ ਅਸੀਂ ਵਰਡ ਵਿੱਚ ਐਡ ਹੋ ਗਿਆ। ਲਾਈਨ ਬੇਸ਼ੱਕ ਉਹ ਸਹੀ ਸੀਗੀ ਕਿ ਤੁਸੀਂ ਇਸ ਚੀਜ਼ ਨੂੰ ਨੌਬਤ ਨਾ ਆਉਣ ਦਿਓ, ਮਤਲਬ ਕਿ ਮੇਰਾ ਮਕਸਦ ਇਹੀ ਸੀਗਾ ਕਿ ਇਹੋ ਜਿਹੀ ਨੌਬਤ ਨਾ ਆਉਣ ਦਿਓ। ਤੇ ਜੇ ਸੋਚਿਆ ਸਮਝਿਆ ਹੁੰਦਾ ਤੇ ਕਦੀ ਉਹ ਸ਼ਬਦ ਨਿਕਲਦਾ ਹੀ ਨਾ, ਕਿਉਂਕਿ ਅੱਜ ਤੱਕ ਨਹੀਂ ਨਿਕਲਿਆ ਕਦੀ ਮੇਰੇ ਮੂੰਹ ਚੋਂ। 20 ਸਾਲ ਹੋ ਗਏ, 22 ਸਾਲ ਹੋ ਗਏ ਮੈਨੂੰ ਸ਼ਿਵ ਸੈਨਾ ਦੇ ਵਿੱਚ, ਅੱਜ ਤੱਕ ਮੇਰੇ ਮੂੰਹ ਵਿੱਚੋਂ ਇਹੋ ਜਿਹਾ ਕੋਈ ਬਿਆਨ ਨਹੀਂ ਨਿਕਲਿਆ, ਕਦੀ ਇਹੋ ਜਿਹੇ ਸ਼ਬਦ ਨਹੀਂ ਨਿਕਲਿਆ ਕਿ ਜਿਹਨਾਂ ਕੋਈ ਸਮਾਜਿਕ ਦੇ ਵਿੱਚ ਦਵੇਸ਼ਤਾ ਪੈਦਾ ਹੋਵੇ। ਤੇ ਹੁਣ ਕਿੱਥੋਂ ਨਿਕਲਣਾ ਸੀਗਾ। ਤੇ ਜਿਹੜਾ ਇਹ ਤੁਸੀਂ ਮਾਹੌਲ ਦੀ ਗੱਲ ਕਰ ਰਹੇ ਹੋ ਕਿ ਮਾਹੌਲ ਦੇ ਵਿੱਚ ਇੱਕ ਖਰਾਬੀ ਚੱਲ ਰਹੀ ਹੈ, ਤੇ ਦੇਖੋ ਇਹ ਤੇ ਸ਼ੁਰੂ ਤੋਂ ਹੀ ਪਾਕਿਸਤਾਨ ਦੀ ਸ਼ਹਿਰ ਦੇ ਉੱਪਰ, ਜੋ ISI ਦੀ ਸ਼ਹਿਰ ਦੇ ਉੱਪਰ ਜੋ ਤਿਆਰੀਆਂ ਕੀਤੀਆਂ ਜਾਂਦੀਆਂ ਸੀ, ਇਹਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸੀਗੀਆਂ, ਉਹ ਪਹਿਲਾਂ ਨਹੀਂ ਸੀ ਇੰਨੀਆਂ ਕਾਮਯਾਬ ਹੋ ਪਾਉਂਦੀਆਂ। ਲੇਕਿਨ ਇੱਕ ਵੇਵ ਚਲਾਈ ਗਈ ਹੈ ਹੁਣ ਫਿਰ ਤੋਂ ਦੁਬਾਰਾ ਤੋਂ। ਮੈਂ ਕਹਿੰਦਾ ਕਿ ਅੰਮ੍ਰਿਤਪਾਲ ਹੁਣੀ ਜੇ ਤੇ ਅੰਮ੍ਰਿਤ ਛਕਾਉਂਦੇ ਨੇ ਤੇ ਬੜਾ ਵਧੀਆ ਕਰਦੇ ਨੇ, ਮੈਂ ਐਪਰੀਸ਼ੀਏਟ ਕਰਨਾ, ਠੀਕ ਹੈ ਨਾ। ਬਟ ਐਟਲੀਸਟ ਉਹ ਉਸ ਦੀ ਆੜ ਦੇ ਵਿੱਚ ਕਦੀ ਕਿਸੇ ਧਰਮ ਨੂੰ ਬੁਰਾ, ਕਦੀ ਕਿਸੇ ਧਰਮ ਨੂੰ ਬੁਰਾ ਕਹਿਣਾ ਸ਼ੁਰੂ ਕਰਦੇ ਆ। ਮੈਂ ਉਹਦੇ ਖਿਲਾਫ ਹਾਂ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਕੋਈ ਗਲਤ ਕੰਮ ਕਰ ਰਹੇ ਨੇ। ਜੇ ਉਹ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਵਾ ਰਹੇ ਨੇ ਤੇ ਬਹੁਤ ਵਧੀਆ ਕਰ ਰਹੇ ਨੇ, ਪਰ ਉਹਦੀ ਆੜ ਦੇ ਵਿੱਚ ਉਹ ਜਿਹੜਾ ਸਮਾਜ ਨੂੰ ਇੱਕ ਗਲਤ ਦਿਸ਼ਾ ਦੇ ਰਹੇ ਨੇ, ਖਾਲਿਸਤਾਨ ਖਾਲਿਸਤਾਨ ਕਰਦੇ ਰਹਿੰਦੇ ਨੇ, ਉਹ ਤੇ ਹਿੰਦੂ ਸਿੱਖ ਦੇ ਵਿਵਾਦ ਦੇ ਵਿੱਚ ਸਭ ਤੋਂ ਅਗਰਣੀ ਸਾਬਿਤ ਹੋ ਰਹੇ ਨੇ। ਸੋ ਉਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਅਗਰ ਉਹ ਲੱਗਦੇ ਹੈ ਕਿ ਇਹੋ ਜਿਹਾ ਕੰਮ ਕਰ ਰਿਹਾ ਤਾਂ ਉਹਨੂੰ ਰੋਕ ਲੈਣਾ ਚਾਹੀਦਾ। ਇੱਥੇ ਮਕਸਦ ਸਿਰਫ ਇੰਨਾ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਖੁਸ਼ਹਾਲ ਰਹਿਣਾ ਚਾਹੀਦਾ ਹੈ। ਉਹਦੇ ਵਾਸਤੇ ਸਾਨੂੰ ਕੋਈ ਵੀ ਅਗਰ ਕੁਰਬਾਨੀ ਕਰਨੀ ਪੈਂਦੀ ਹੈ, ਸਾਨੂੰ ਉਸ ਚੀਜ਼ ਨੂੰ ਅੱਗੇ ਹੋਣਾ ਚਾਹੀਦਾ ਹੈ, ਨਾ ਕਿ ਅਸੀਂ ਦੂਜਿਆਂ ਦੀ ਕੁਰਬਾਨੀਆਂ ਮੰਗੀਏ। ਤਾਂ ਸੋ ਇਹ ਉਹਨਾਂ ਦਾ ਕੰਮ ਤਾਂ ਇਹੀ ਹੈ ਕਿ ਉਹ ਲੋਕਾਂ ਨੂੰ, ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਭੜਕਾ ਕੇ ਉਹਨਾਂ ਅੱਗੇ ਕੀ ਕਹਿੰਦੇ ਆ, ਗਲਤ ਕੰਮ ਕਰਵਾ ਰਹੇ ਉਹਨਾਂ ਕੋਲੋਂ। ਜ਼ਿੰਦਗੀਆਂ ਬਰਬਾਦ ਹੋ ਰਹੀਆਂ, ਬੇਸ਼ੱਕ ਨਸ਼ਿਆਂ ਤੋਂ ਬਚਾ ਰਹੇ ਨੇ, ਲੇਕਿਨ ਇਹ ਗਲਤ ਦਿਸ਼ਾ ਵਿੱਚ ਉਹਨਾਂ ਨੂੰ ਲੈ ਕੇ ਜਾ ਰਹੇ ਨੇ। ਪਰ ਉਹ ਕਹਿੰਦੇ ਜਿਹੜੀ ਆਪਾਂ ਜਿਵੇਂ ਬਿਆਨਬਾਜ਼ੀ ਉਦੋਂ ਚੱਲੀ ਸੀ, ਸਾਰਿਆਂ ਚਲੋ ਇੱਕ ਗੁੱਸਾ ਸੀ ਜਿਵੇਂ ਵੀ ਸੀ, ਪਰ ਉਹ ਕਹਿੰਦੇ ਜਦੋਂ ਤਾਂ ਅਸੀਂ ਦਈਏ ਫਿਰ ਤਾਂ ਪਰਚੇ ਹੁੰਦੇ ਨੇ, ਪਰ ਜਦੋਂ ਕੋਈ ਹੋਰ ਕੋਈ ਕੁਝ ਕਹਿੰਦਾ ਵਾ ਉਦੋਂ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਵੀ ਇਹ ਸਾਡੇ ਨਾਲ ਹੀ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਜਾਂਦਾ? ਵੀ ਜਾਂ ਤਾਂ ਫਿਰ ਹਰ ਇੱਕ ਨੂੰ ਇੱਕ ਮਤਲਬ ਇਕੁਅਲ ਰੱਖੋ। ਕਹਿਣ ਦਾ ਮਤਲਬ ਚਾਹੇ ਉਹ ਕੋਈ ਵੀ ਧਰਮ ਵਾਲਾ ਦਿੰਦਾ, ਕੋਈ ਵੀ ਬੰਦਾ ਦਿੰਦਾ, ਆਪਾਂ ਇੱਕੋ ਹੀ ਆ ਸਾਰੇ। ਵੀ ਜੇ ਤਾਂ ਕੋਈ ਇੱਕ ਦੂਜੇ ਨੂੰ, ਮੈਂ ਤੁਹਾਨੂੰ ਕਹਿਤਾ ਵੀ ਮੈਂ ਤੁਹਾਨੂੰ ਮਾਰ ਦੂੰ, ਤੁਸੀਂ ਮੈਨੂੰ ਕਹਿਤਾ ਮੈਂ ਮਾਰ ਦੂੰ, ਫਿਰ ਆਪਾਂ ਦੋਨੇ ਇੱਕੋ ਹੀ ਹੋਏ। ਕਹਿਣ ਦਾ ਮਤਲਬ ਇੱਕੋ ਹੀ ਬਿਆਨਬਾਜ਼ੀ ਆਪਾਂ ਕਰਦੇ ਹਾਂ। ਪਰ ਉਹਦੇ 'ਚ ਉਹ ਕਹਿੰਦੇ ਵੀ ਜੇ ਮਤਲਬ ਮੈਂ ਕੋਈ ਦਿੰਨਾ ਬਿਆਨ, ਫਿਰ ਤਾਂ ਉਹ ਕਹਿੰਦੇ ਆ ਵੀ ਮੇਰਾ ਤਾਂ FIR ਤੇ ਪੱਕਾ ਹੀ ਨਾਂ ਲਿਖ ਦਿਓ, ਹੈ ਨਾ। ਤੇ ਜਦੋਂ ਕੋਈ ਹੋਰ ਕਹਿੰਦਾ ਹਥਿਆਰ ਰੱਖਣੇ ਆ, ਦੂਜਾ ਰੱਖਣੇ ਆ, ਉਹ ਸਹੀ ਹੋ ਜਾਂਦਾ, ਮੇਰਾ ਕਿਹਾ ਗਲਤ ਕਿਵੇਂ ਹੋ ਜਾਂਦਾ? ਤੁਸੀਂ ਇੱਕ ਚੀਜ਼ ਦੱਸੋ ਕਿ ਹੁਣ ਅੰਮ੍ਰਿਤਪਾਲ ਨੇ ਇੰਨੇ ਬਿਆਨ ਦਿੱਤੇ ਉਲਟੇ, ਕਿੰਨੀ ਕੁ FIR ਹੋ ਗਈ ਉਹਨਾਂ 'ਤੇ? ਦੱਸੋ ਇੱਕ ਵੀ FIR ਦੱਸੋ ਜਿਹੜੀ ਮੈਨੂੰ ਉਹਨਾਂ 'ਤੇ FIR ਹੋ ਰਹੀ ਹੈ। ਈਵਨ ਦੈਨ ਜਿਹੜੇ ਕ੍ਰਿਸਚਨ ਕਮਿਊਨਿਟੀ ਹੈ ਉਹਨਾਂ ਨੇ ਕਿੰਨੀ ਦੇਰ ਤੱਕ PAP ਚੌਂਕ ਦੇ ਵਿੱਚ ਧਰਨੇ ਲਗਾ ਕੇ ਰੱਖੇ, ਔਰ ਬੜੀ ਤਾਦਾਦ ਵਿੱਚ ਲਗਾ ਰੱਖੇ, ਕਿੰਨਾ ਕੁ ਉਹਨਾਂ 'ਤੇ FIR ਹੋ ਗਈ। ਗੱਲ FIR ਦੀ ਨਹੀਂ ਹੁੰਦੀ, ਗੱਲ ਹੈ ਕਿ ਸਮਾਜਿਕ ਸੰਦੇਸ਼ ਕੀ ਦੇਣਾ ਵਾ। ਅਗਰ ਮੰਨ ਲਓ ਕਿ ਤੁਸੀਂ ਕੋਈ ਗਲਤ ਬੋਲਦੇ ਪਏ ਹੋ ਤੇ ਉਹ ਕਿਸੇ ਨਾ ਕਿਸੇ ਨੂੰ ਪੀੜਾ ਪਹੁੰਚਾ ਸਕਦਾ। ਜਿਸ ਅੱਜ ਮੇਰੇ ਇੱਕ ਸ਼ਬਦ ਦੇ ਨਾਲ ਹੀ ਮੈਂ ਕਹਿੰਦਾ ਕਿ ਸਿੱਖ ਕਮਿਊਨਿਟੀ ਨੂੰ ਦੁੱਖ ਲੱਗਿਆ ਇਸ ਚੀਜ਼ ਦਾ, ਖੁਦ ਮੈਨੂੰ ਵੀ ਲੱਗਿਆ, ਠੀਕ ਹੈ। ਇਹ ਸ਼ਬਦ ਬੋਲਣ ਤੋਂ ਪਹਿਲਾਂ 10 ਵਾਰੀ ਸੋਚ ਲੈਣਾ ਚਾਹੀਦਾ। ਮੈਂ ਨਹੀਂ ਸੋਚਿਆ, ਮੇਰੇ ਕੋਲ ਬੋਲਿਆ ਗਿਆ ਇਸ ਤਰ੍ਹਾਂ, ਪਰ ਇਹ ਤਾਂ ਸੋਚ ਸਮਝ ਕੇ ਬੋਲਦੇ ਆ ਨਾ। ਐਟਲੀਸਟ ਸਟੇਜਾਂ 'ਤੇ ਜਾਂਦੇ ਨੇ, ਮਾਈਕ ਫੜੇ ਹੁੰਦੇ ਨੇ, ਜਦੋਂ ਬੋਲਣ ਤੋਂ ਪਹਿਲਾਂ 10 ਵਾਰੀ ਸੋਚ ਲੈਣ ਕਿ ਵੀ ਇਹਦੇ ਨਾਲ ਕੀ ਬੈਡ ਇਫੈਕਟ ਪਏਗਾ ਇਸ ਚੀਜ਼ ਦਾ, ਠੀਕ ਹੈ। ਹੁਣ ਉਹ ਕਹਿੰਦੇ ਨੇ ਕਿ ਅਸੀਂ ਜੋ ਬੋਲਦੇ ਹਾਂ ਤਾਂ ਉਹ ਗਲਤ ਹੈ, ਅਤੇ ਦੂਜੇ ਬੋਲਦੇ ਆ। ਜਦੋਂ ਤੁਸੀਂ ਬੋਲਣਾ ਬੰਦ ਕਰ ਦੋਗੇ, ਇੱਕ ਨੂੰ ਤਾਂ ਪਹਿਲ ਕਰਨੀ ਪਏਗੀ ਨਾ। ਤੁਸੀਂ ਬੋਲਣਾ ਬੰਦ ਕਰ ਦਿਓ, ਆਟੋਮੈਟਿਕਲੀ ਦੂਸਰੀ ਸਾਈਡ 'ਤੇ ਆਪਣੇ ਆਪ ਹੀ ਬੰਦ ਹੋ ਜਾਏਗਾ। ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਦਿੰਦਾ। ਕਿਉਂਕਿ ਜੇ ਆਪਾਂ ਜਿਵੇਂ ਆਪਾਂ ਕਹੀਏ ਵੀ ਜੇ ਇੱਕ ਪਾਸੇ ਆਪਾਂ ਬੰਦੇ, ਠੀਕ ਆ ਤੁਹਾਡੀ ਗੱਲ, ਵੀ ਜੇ ਆਪਾਂ ਕਿਸੇ ਦੇ ਰੋੜਾ ਚੱਕ ਕੇ ਮਾਰਾਂਗੇ ਨਹੀਂ ਤਾਂ ਸਾਡੇ ਵੀ ਕਿਉਂ ਮਾਰੂਗਾ। ਪਰ ਜੇ ਇਹਦੇ ਵਿੱਚ ਆਪਾਂ ਇੱਥੇ ਇਹ ਦੇਖਿਆ ਜਾਵੇ ਵੀ ਸ਼ੁਰੂਆਤ ਤੁਸੀਂ ਕਿਹਾ ਵੀ ਕਿਸੇ ਨੂੰ ਤਾਂ ਕਰਨੀ ਪੈਣੀ ਆ, ਪਰ ਜਿਹੜੀ ਅੱਜ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ ਆ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਇੱਕ ਦੂਜੇ ਦੇ ਉੱਪਰ ਆਪਾਂ ਤੂੰ ਕੀ ਮੈਂ ਕੀ ਫਲਾਨਾ, ਉਹਦੀ ਵਜ੍ਹਾ ਨਾਲ ਕੁਝ ਖਟਾਸ ਜ਼ਿਆਦਾ ਵੱਧਦੀ ਜਾ ਰਹੀ? ਨਹੀਂ, ਕਿਸੇ ਨੇ ਇਹ ਸੰਦੇਸ਼ ਦਿੱਤਾ ਹੀ ਨਹੀਂ। ਬਿਲੀਵ ਕਰੋ, ਮੈਂ ਹਰ ਜਗ੍ਹਾ ਦੇ ਉੱਪਰ, ਮੇਰਾ ਇੱਕ ਏਮ ਹੈ ਲਾਈਫ ਦਾ ਕਿ ਮੈਂ ਹਮੇਸ਼ਾ ਭਾਈਚਾਰਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਮੇਰੇ ਪ੍ਰਸ਼ਾਸਨ ਤੋਂ ਰਿਪੋਰਟਸ ਲੈ ਸਕਦੇ ਹੋ, ਜਾਂ ਮੇਰੇ ਪੂਰੇ ਤੁਸੀਂ ਸੋਸ਼ਲ ਮੀਡੀਆ ਦੇ ਅਕਾਊਂਟਸ ਚੈੱਕ ਕਰ ਸਕਦੇ ਹੋ। ਮੇਰਾ ਹਮੇਸ਼ਾ ਸੰਦੇਸ਼ ਜਿਹੜਾ ਗਿਆ ਵਾ ਭਾਈਚਾਰਾ ਵਧਾਉਣ ਵਾਸਤੇ ਗਿਆ, ਕਦੀ ਉਹਨੂੰ ਤੋੜਨ ਵਾਸਤੇ ਨਹੀਂ ਕਦੀ ਵੀ ਗਿਆ। ਅਤੇ ਇਹ ਸ਼ੁਰੂਆਤ ਹਰ ਇੱਕ ਨੂੰ ਕਰਨੀ, ਜੇ ਅਸੀਂ ਕਰਦੇ ਪਏ ਇਸ ਚੀਜ਼ ਨੂੰ, ਅਤੇ ਇਹਨਾਂ ਵੱਲੋਂ ਵੀ ਕਿਸੇ ਨਾ ਕਿਸੇ ਨੂੰ ਸ਼ੁਰੂਆਤ ਕਰਨੀ ਚਾਹੀਦੀ ਹੈ। ਅੱਜ ਅਸੀਂ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਤਾਂ ਥੋੜ੍ਹੀ ਦੇਰ ਤਾਲੀਆਂ ਮਰਵਾ ਲੈਂਦੇ ਉਹਨਾਂ ਕੋਲੋਂ, ਲੇਕਿਨ ਜਦੋਂ ਉਹਨਾਂ ਦੇ ਕੱਲ੍ਹ ਨੂੰ ਉਹਨਾਂ ਦੇ ਬੱਚੇ ਮਰਦੇ ਨੇ, ਉਦੋਂ ਫਿਰ ਕਿੰਨਾ ਦੁੱਖ ਹੁੰਦਾ ਇਸ ਚੀਜ਼ ਨੂੰ ਲੈ ਕੇ। ਅਸੀਂ ਉਹ ਤਾਲੀਆਂ ਦੀ ਨਾ ਖੁਸ਼ੀ ਨਾਲ ਜ਼ਾਹਿਰ ਕਰੀਏ, ਅਸੀਂ ਉਲਟਾ ਇੱਕ ਤਰ੍ਹਾਂ ਦਾ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕਰੀਏ। ਮੈਂ ਗਰੰਟੀ ਦਿੰਦਾ ਕਿ ਮੈਂ ਦਿੰਦਾ ਮੈਸੇਜ, ਮੇਰੇ ਨਾਲ ਦਿਓ ਤੁਸੀਂ ਵੀ ਬਿਆਨ, ਤੁਸੀਂ ਵੀ ਦਿਓ ਕਿ ਆਪਾਂ ਹਿੰਦੂ ਸਿੱਖ ਭਾਈਚਾਰਾ ਜਿਹੜਾ ਕਦੀ ਖਰਾਬ ਨਹੀਂ ਹੋਏਗਾ, ਹਮੇਸ਼ਾ ਇਕੱਠੇ ਮਿਲ ਕੇ ਚੱਲਾਂਗੇ ਅਸੀਂ। ਜੇ ਇੱਕ ਵਾਰੀ ਤੁਸੀਂ ਇਹ ਸ਼ੁਰੂਆਤ ਕਰਕੇ ਦੇਖੋ, ਮੈਂ ਸ਼ੁਰੂਆਤ ਚਲੋ ਕਰ ਦਿੰਦਾ, ਤੁਸੀਂ ਕਰੋ ਇਸ ਚੀਜ਼ ਦੇ ਨਾਲ, ਉਹਦਾ ਜਵਾਬ ਤਾਂ ਦੇਵੋ ਤੁਸੀਂ, ਉਹਦੇ ਮਤਲਬ ਕਿ ਸ਼ੁਰੂਆਤ ਤਾਂ ਕਰੋ। ਜੇ ਸ਼ੁਰੂਆਤ ਹੀ ਨਹੀਂ ਕਰੋਗੇ ਤਾਂ ਐਂਡ ਕਿੱਦਾਂ ਹੋਏਗਾ? ਅਤੇ ਇਸ ਲਈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਸਮਾਜ ਦੇ ਪ੍ਰਤੀ ਸਮਰਪਣ ਭਾਵ ਆਪਣਾ ਪੈਦਾ ਕਰੋ।
ਸੋ ਇਹ ਸਨ ਹਰਵਿੰਦਰ ਸਿੰਘ ਸੋਨੀ, ਜਿਨ੍ਹਾਂ ਨੇ ਕਿਹਾ ਵੀ ਪਹਿਲ ਤਾਂ ਕਿਸੇ ਨੂੰ ਕਰਨੀ ਪੈਣੀ ਆ, ਔਰ ਜੇ ਪਹਿਲ ਕਰਾਂਗੇ ਤਾਂ ਹੀ ਇੱਕ ਸੁੱਖ ਦਾ ਸੁਨੇਹਾ ਜਾਊਗਾ, ਤਾਂ ਹੀ ਇੱਕ ਮੈਸੇਜ ਜਾਊਗਾ ਵੀ ਆਪਸੀ ਭਾਈਚਾਰੇ ਦਾ। ਸੋ ਫਿਲਹਾਲ ਦੇ ਲਈ ਇੰਨਾ ਹੀ। ਸੋ ਕੈਮਰਾਮੈਨ ਰਾਹੁਲ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।